हेलो एंड वेलकम गाइस। अपना आज द स्पीकिंग द टॉपिक है क्यू कार्ड ते डिस्क्राइब अ स्पीच you gave. It is the most important cue card which is asked in the recent exams. So watch this video till end because in this video I include 8 band vocabulary and complex structure. So without wasting any more time, let's start. ਫਸਟ ਆਫ ਆਲ ਆਪਾਂ ਇੱਥੇ ਕਿਊ ਪੁਆਇੰਟ ਦੇਖਦੇ ਹਾਂ। ਵੈਨ ਐਂਡ ਟੂ ਹੂਮ ਯੂ ਗਿਵ ਸਪੀਚ, ਤੁਸੀਂ ਉਹ ਸਪੀਚ ਕਦੋਂ ਦਿੱਤੀ ਅਤੇ ਕਿਹਨੂੰ ਦਿੱਤੀ। ਐਂਡ ਵਟ ਵਾਜ਼ ਦੀ ਅਬਾਊਟ, ਉਹ ਸਪੀਚ ਕਾਹਦੇ ਰਿਗਾਰਡਿੰਗ ਸੀ। ਵਾਈ ਯੂ ਗੇਵ ਦੀ ਸਪੀਚ, ਤੁਸੀਂ ਉਹ ਸਪੀਚ ਕਿਉਂ ਦਿੱਤੀ। ਹਾਊ ਡਿਡ ਯੂ ਫੀਲ ਅਬਾਊਟ ਇਟ, ਤੁਸੀਂ ਉਸ ਸਪੀਚ ਦੇ ਲਈ ਕੀ ਫੀਲ ਕਰਦੇ ਹੋ, ਲਾਈਕ ਤੁਹਾਨੂੰ ਕੀ ਫੀਲ ਹੋਇਆ ਨਾ ਸਪੀਚ ਦੇਖ ਕੇ। ਸੋ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਇਹਦੀ ਇੰਟਰੋਡਕਸ਼ਨ। Well, I have keen interest in giving distinct speeches because it makes me more confident. Well, ਮੈਨੂੰ different kind of speeches ਦੇਣ ਦਾ ਬਹੁਤ ਸ਼ੌਂਕ ਆ because ਇਹ ਮੈਨੂੰ ਹੋਰ confident ਬਣਾਉਂਦਾ because it makes me more confident. As same as previous ਇੱਥੇ ਆਪਾਂ even though ਤੇ nevertheless ਵਾਲਾ structure ਪਾਇਆ ਆ। Even though I have given a bunch of speeches in my entire life, nevertheless here I would like to talk about that speech which is quite ਸਪੈਸ਼ਲ ਫੋਰ ਮੀ। ਭਾਵੇਂ ਕਿ ਮੈਂ ਆਪਣੀ ਲਾਈਫ ਵਿੱਚ ਬਹੁਤ ਸਾਰੀਆਂ ਸਪੀਚਸ ਦਿੱਤੀਆਂ ਆ ਬਟ ਅੱਜ ਮੈਂ ਉਹ ਸਪੀਚ ਬਾਰੇ ਦੱਸਣ ਜਾ ਰਹੀ ਹਾਂ ਜਿਹੜੇ ਕਿ ਮੇਰੇ ਲਈ ਕਾਫੀ ਸਪੈਸ਼ਲ। ਸੋ ਆਪਾਂ ਮੂਵ ਕਰਦੇ ਹਾਂ ਇਹਦੀ ਕਿਊ ਪੁਆਇੰਟ 'ਤੇ। ਇਹਦਾ ਫਸਟ ਕਿਊ ਪੁਆਇੰਟ ਵੈਨ ਐਂਡ ਟੂ ਹੂਮ ਯੂ ਗਿਵ ਸਪੀਚ, ਤੁਸੀਂ ਉਹ ਸਪੀਚ ਕਦੋਂ ਦਿੱਤੀ ਅਤੇ ਕਿਹਨੂੰ ਦਿੱਤੀ। ਇਨ ਐਕਚੁਅਲ ਵੈਨ ਆਈ ਵਾਜ਼ ਸਟੱਡਿੰਗ ਇਨ 10th standard, our school management organized speech competition and I took participate in it. On the main day of competition I gave speech in front of all students and teachers. ਅਸਲ ਦੇ ਵਿੱਚ ਹੁਣ ਆਪਾਂ ਪਹਿਲਾਂ ਦੱਸਣਾ ਹੈ ਵੈਨ ਦਾ ਹੈ ਨਾ, ਉਸ ਤੋਂ ਬਾਅਦ ਦੱਸਾਂਗੇ ਆਪਾਂ ਹੂਮ ਦਾ। ਅਸਲ ਦੇ ਵਿੱਚ ਜਦੋਂ ਮੈਂ 10th standard ਦੇ ਵਿੱਚ ਪੜ੍ਹਦੀ ਸੀ ਅਤੇ ਸਾਡੇ ਸਕੂਲ ਮੈਨੇਜਮੈਂਟ ਨੇ ਸਪੀਚ ਕੰਪੀਟੀਸ਼ਨ ਔਰਗਨਾਈਜ਼ ਕੀਤਾ ਸੀ ਅਤੇ ਮੈਂ ਉਹਦੇ ਵਿੱਚ ਪਾਰਟੀਸਪੇਟ ਕੀਤਾ ਸੀ। ਵੈਨ ਦਾ ਹੋ ਗਿਆ 10th standard 'ਚ ਜਦੋਂ ਮੈਂ ਪੜ੍ਹਦੀ ਸੀ, ਠੀਕ ਹੈ। ਅਤੇ ਹੁਣ ਆਪਾਂ ਦੱਸਣਾ ਹੈ ਹੂਮ, ਤੁਸੀਂ ਉਹ ਸਪੀਚ ਕਿਹਨੂੰ ਦਿੱਤੀ। ਔਨ ਦੀ ਮੇਨ ਡੇ ਆਫ ਕੰਪੀਟੀਸ਼ਨ ਆਈ ਗਿਵ ਸਪੀਚ ਇਨ ਫਰੰਟ ਆਫ ਆਲ ਸਟੂਡੈਂਟਸ ਐਂਡ ਟੀਚਰਸ, ਅਤੇ ਮੈਂ ਇਹ ਸਪੀਚ ਦਿੱਤੀ ਕਿਹਦੇ ਸਾਹਮਣੇ, ਸਾਰੇ ਸਟੂਡੈਂਟਸ ਦੇ ਅਤੇ ਟੀਚਰਸ ਦੇ ਸਾਹਮਣੇ। ਸੋ ਲੈਟਸ ਮੂਵ ਔਨ ਇਟਸ ਨੈਕਸਟ ਕਿਊ ਪੁਆਇੰਟ। ਵਟ ਵਾਜ਼ ਦੀ ਅਬਾਊਟ, ਉਹ ਸਪੀਚ ਕਾਹਦੇ ਰਿਗਾਰਡਿੰਗ ਸੀ, ਠੀਕ ਹੈ। ਦ ਸਪੀਚ ਵਾਜ਼ ਰਿਗਾਰਡਿੰਗ ਦ ਗਰੋਇੰਗ ਟ੍ਰੈਫਿਕ ਕੰਜੈਸ਼ਨ ਇਨ ਦੀ ਸਿਟੀਜ਼, ਉਹ ਕਾਹਦੇ ਰਿਗਾਰਡਿੰਗ ਸੀ, ਗਰੋਇੰਗ ਟ੍ਰੈਫਿਕ ਕੰਜੈਸ਼ਨ ਇਨ ਦੀ ਸਿਟੀਜ਼ ਮੀਨਜ਼ ਟ੍ਰੈਫਿਕ ਕੰਜੈਸ਼ਨ ਦੇ ਜਿਵੇਂ ਵੱਧ ਰਿਹਾ ਹੈ ਨਾ ਸਿਟੀਜ਼ ਦੇ ਵਿੱਚ, ਅਤੇ ਉਹਦੇ ਰਿਗਾਰਡਿੰਗ ਮੈਂ ਸਪੀਚ ਬੋਲੀ ਸੀ। ਫਸਟਲੀ ਆਈ ਟਾਕਡ ਅਬਾਊਟ ਦਾ ਕਾਜ਼ਿਜ਼ ਆਫ ਇਨਕਲਾਈਨਿੰਗ ਟ੍ਰੈਫਿਕ ਜੈਮਸ। ਸਭ ਤੋਂ ਪਹਿਲਾਂ ਮੈਂ ਉਸ ਸਪੀਚ ਦੇ ਵਿੱਚ ਮੈਂ ਲਾਈਕ ਟ੍ਰੈਫਿਕ ਕੰਜੈਸ਼ਨ ਦੇ ਰਿਗਾਰਡਿੰਗ ਸਪੀਚ ਬੋਲੀ ਸੀ, ਠੀਕ ਹੈ, ਜਿਹੜਾ ਕਿ ਸਿਟੀਜ਼ ਦੇ ਵਿੱਚ ਵੱਧ ਰਿਹਾ ਆ। ਸਭ ਤੋਂ ਪਹਿਲਾਂ ਮੈਂ ਟ੍ਰੈਫਿਕ ਕੰਜੈਸ਼ਨ ਦੇ ਵਧਣ ਦੇ ਰੀਜ਼ਨਸ ਦੱਸੇ। ਫਸਟਲੀ ਆਈ ਟਾਕ ਅਬਾਊਟ ਦਾ ਕਾਜ਼ਿਜ਼ ਆਫ ਇਨਕਲਾਈਨਿੰਗ ਟ੍ਰੈਫਿਕ ਜੈਮਸ। ਇਹ ਬਹੁਤ ਹੀ ਈਜ਼ੀ ਆਈਡੀਆ ਆ, ਮੀਨਜ਼ ਯਾਦ ਵੀ ਜਲਦੀ ਹੋ ਜਾਊਗਾ ਹੈ ਨਾ। ਲਾਈਕ ਆਪਾਂ ਰਾਈਟਿੰਗ ਵਾਂਗੂ ਹੀ ਬੋਲਣਾ ਇੱਥੇ ਹੈ ਨਾ, ਰਾਈਟਿੰਗ 'ਚ ਆਪਾਂ ਲਿਖਦੇ ਹਾਂ, ਇੱਥੇ ਆਪਾਂ ਬੋਲਣਾ ਆ। ਸਭ ਤੋਂ ਪਹਿਲਾਂ ਮੈਂ ਉਹਦੇ ਰੀਜ਼ਨਸ ਦੱਸੇ ਵੀ ਟ੍ਰੈਫਿਕ ਜੈਮ ਕਿਉਂ ਵੱਧ ਰਿਹਾ ਆ, ਅਤੇ ਮੈਂ ਦੱਸਿਆ ਲਾਈਕ ਪੀਪਲ ਆਰ ਮੂਵਿੰਗ ਟੂ ਕੰਟਰੀਸਾਈਡ ਏਰੀਆਜ਼ ਫॉर ਇੰਪਲੋਇਮੈਂਟ ਡਿਊ ਟੂ ਲੈਕ ਆਫ ਓਪਰਚੁਨਿਟੀਜ਼ ਇਨ ਦੀ ਰੂਰਲ ਏਰੀਆਜ਼। ਜਿਹੜੇ ਮੀਨਜ਼ ਕੰਟਰੀਸਾਈਡ ਏਰੀਆ ਦੇ ਲੋਕ ਆ ਹੈ ਨਾ, ਉਹ ਉੱਥੋਂ ਮੂਵ ਹੋ ਰਿਹਾ ਇੰਪਲੋਇਮੈਂਟ ਦੇ ਲਈ, ਕਿਉਂਕਿ ਡਿਊ ਟੂ ਲੈਕ ਆਫ ਓਪਰਚੁਨਿਟੀਜ਼ ਇਨ ਦੀ ਰੂਰਲ ਏਰੀਆਜ਼, ਕਿਉਂਕਿ ਰੂਰਲ ਏਰੀਆਜ਼ ਦੇ ਵਿੱਚ ਲੈਕ ਆਫ ਓਪਰਚੁਨਿਟੀਜ਼ ਨੇ, ਉੱਥੇ ਓਪਰਚੁਨਿਟੀਜ਼ ਬਹੁਤ ਘੱਟ ਨੇ, ਤਾਂ ਕਰਕੇ ਜਿਹੜੇ ਪਿੰਡ ਦੇ ਲੋਕ ਆ ਉਹ ਸ਼ਹਿਰਾਂ ਵੱਲ ਮੂਵ ਹੋ ਰਹੇ ਆ ਅਤੇ ਇਹਦੇ ਕਰਕੇ ਟ੍ਰੈਫਿਕ ਜੈਮ ਵੱਧ ਰਿਹਾ। ਸੋ ਪਹਿਲਾਂ ਆਪਾਂ ਦੱਸਿਆ ਕਾਜ਼ਿਜ਼। ਬਿਸਾਈਡਸ ਦਿਸ, ਇਸ ਦੇ ਇਲਾਵਾ ਆਈ ਆਲਸੋ ਸਪੋਕ ਸਮ ਮੇਜ਼ਰਸ ਟੂ ਟੈਕਲ ਦਿਸ ਕੰਸਰਨ। ਹੁਣ ਪਹਿਲਾਂ ਇਹ ਸਪੀਚ ਕਾਹਦੇ ਰਿਗਾਰਡਿੰਗ ਸੀ, ਸਪੀਚ ਸੀਗੀ ਟ੍ਰੈਫਿਕ ਕੰਜੈਸ਼ਨ ਦੇ ਰਿਗਾਰਡਿੰਗ ਸਪੀਚ ਸੀ। ਸਭ ਤੋਂ ਪਹਿਲਾਂ ਮੈਂ ਇਹਦੇ ਕਾਜ਼ਿਜ਼ ਦੱਸੇ। ਕਾਜ਼ ਮੈਂ ਦੱਸਿਆ ਕਿ ਜਿਹੜੇ ਲੋਕ ਆ ਹੈ ਨਾ ਮੀਨਜ਼ ਪਿੰਡਾਂ ਦੇ ਲੋਕ ਉਹ ਸ਼ਹਿਰਾਂ ਵੱਲ ਮੂਵ ਹੋ ਰਹੇ ਆ ਕਿਉਂਕਿ ਉੱਥੇ ਲੈਕ ਆਫ ਓਪਰਚੁਨਿਟੀਜ਼ ਆ, ਅਤੇ ਇਹ ਇਹਦਾ ਮੇਨ ਰੀਜ਼ਨ ਆ ਟ੍ਰੈਫਿਕ ਕੰਜੈਸ਼ਨ ਦੇ ਵਧਣ ਦਾ। ਬਿਸਾਈਡਸ ਦਿਸ, ਹੁਣ ਇਸ ਦੇ ਇਲਾਵਾ ਮੈਂ ਇਹਦੇ ਕੁਝ ਸਲਿਊਸ਼ਨਸ ਦੱਸੇ। ਪਹਿਲਾਂ ਰੀਜ਼ਨਸ ਦੱਸੇ, ਹੁਣ ਮੈਂ ਉਸ ਤੋਂ ਬਾਅਦ ਮੈਂ ਉਹਦੇ ਸਲਿਊਸ਼ਨਸ ਵੀ ਦੱਸੇ। ਲਾਈਕ higher authority should provide development in rural areas so that people from the countryside do not shift to the cities.
ਹੁਣ ਜਿਹੜੇ ਲੋਕ ਆ ਹੈ ਨਾ ਪਿੰਡਾਂ ਦੇ ਲੋਕ ਕਾਹ ਤੋਂ ਮੂਵ ਹੋ ਰਹੇ ਆ ਕਿਉਂਕਿ ਉੱਥੇ ਲੈਕ ਆਫ ਓਪਰਚੁਨਿਟੀਜ਼ ਆ ਹੈ ਨਾ ਲੈਕ ਆਫ ਡਿਵੈਲਪਮੈਂਟ ਆ। ਸੋ ਹਾਇਰ ਅਥੋਰਿਟੀ ਨੂੰ ਚਾਹੀਦਾ ਆ ਕਿ ਉਹ ਰੂਰਲ ਏਰੀਆਸ ਦੇ ਵਿੱਚ ਡਿਵੈਲਪਮੈਂਟ ਪ੍ਰੋਵਾਈਡ ਕਰੇ ਤਾਂ ਕਿ ਜਿਹੜੇ ਪਿੰਡਾਂ ਦੇ ਲੋਕ ਆ ਉਹ ਸ਼ਹਿਰਾਂ ਦੇ ਵੱਲ ਸ਼ਿਫਟ ਨਾ ਹੋ ਸਕਣ। ਓਕੇ ਲੈਟਸ ਮੂਵ ਔਨ ਇਟਸ ਨੈਕਸਟ ਕਿਊ ਪੁਆਇੰਟ ਵਾਈ ਯੂ ਗੇਵ ਦੀ ਸਪੀਚ। ਹੁਣ ਆਪਾਂ ਦੱਸਣਾ ਹੈ ਵੀ ਆਪਾਂ ਸਪੀਚ ਕਿਉਂ ਦਿੱਤੀ। I gave this speech because of some potential reasons। ਮੈਂ ਸਪੀਚ ਦਿੱਤੀ because of some important reasons ਹੈ ਨਾ। On the one hand ਹੁਣ ਇੱਕ ਪਾਸੇ traffic congestion is a pressing problem and we must leave no stone unturned to mitigate it। ਪ੍ਰੈਸਿੰਗ ਪ੍ਰੋਬਲਮ ਮੀਨਸ ਹੁੰਦਾ ਆ ਕਿ ਜਿਹੜੀ ਕਾਫੀ ਵੱਡੀ ਪ੍ਰੋਬਲਮ ਆ ਲਾਈਕ ਜਿਹੜੀ ਸਾਰੇ ਜਾਣਦੇ ਆ ਬਟ ਮੀਨਸ ਕਾਫੀ ਖਤਰਨਾਕ ਵੀ ਕਹਿ ਸਕਦੇ ਅਤੇ ਵੱਡੀ ਵੀ ਕਹਿ ਸਕਦੇ ਹੈ ਨਾ। ਪ੍ਰੈਸਿੰਗ ਇਸ਼ੂ ਵੀ ਕਹਿ ਸਕਦੇ ਹਾਂ, ਪ੍ਰੈਸਿੰਗ ਪ੍ਰੋਬਲਮ ਵੀ ਕਹਿ ਸਕਦੇ ਹਾਂ। ਇਹ ਵਰਡ ਆਪਾਂ ਰਾਈਟਿੰਗ 'ਚ ਵੀ ਯੂਜ਼ ਕਰ ਸਕਦੇ, ਬਹੁਤ ਵਧੀਆ ਵਰਡ ਆ। ਔਨ ਦੀ ਵਨ ਹੈਂਡ ਜਿਵੇਂ ਕਿ ਟਰੈਫਿਕ ਕੰਜੈਸ਼ਨ ਇੱਕ ਪ੍ਰੈਸਿੰਗ ਪ੍ਰੋਬਲਮ ਆ, ਬਹੁਤ ਵੱਡੀ ਪ੍ਰੋਬਲਮ ਆ ਹੈ ਨਾ। ਐਂਡ ਵੀ ਮਸਟ ਲੀਵ ਨੋ ਸਟੋਨ ਅਨਟਰਨਡ ਟੂ ਮਿਟੀਗੇਟ ਇਟ। ਅਤੇ ਇਹ ਅੱਗੇ ਪਾਇਆ ਈਡੀਅਮ ਮਤਲਬ ਆਪਾਂ ਨੂੰ ਵੀ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਇਹਨੂੰ ਮਿਟੀਗੇਟ ਕਰਨ ਦੇ ਲਈ। ਇੱਕ ਰੀਜ਼ਨਸ ਇਹ ਸੀ ਕਿ ਟਰੈਫਿਕ ਕੰਜੈਸ਼ਨ ਲਾਈਕ ਇੱਕ ਪ੍ਰੈਸਿੰਗ ਪ੍ਰੋਬਲਮ ਆ ਹੈ ਨਾ। ਹੁਣ ਔਨ ਦੀ ਅਦਰ ਹੈਂਡ ਇੱਕ ਰੀਜ਼ਨ ਦੱਸਦਾ, ਹੁਣ ਦੂਜਾ ਰੀਜ਼ਨ ਦੱਸਣਾ। ਔਨ ਦੀ ਅਦਰ ਹੈਂਡ ਇਨ ਸੱਚ ਅ ਵੇ I was not only able to brush up my speaking skills but it also aware the people regarding this particular issue। ਵੈਲ ਇੱਥੇ ਮੈਂ ਇੱਕ ਨੋਟ ਓਨਲੀ ਅਤੇ ਬਟ ਆਲਸੋ ਵਾਲਾ ਸਟਰਕਚਰ ਵੀ ਪਾਇਆ ਆ ਕਿ ਇਸ ਵੇ ਦੇ ਨਾਲ ਵੀ ਮੈਂ ਸਿਰਫ ਆਪਦੀ ਸਪੀਕਿੰਗ ਸਕਿੱਲਸ ਨੂੰ ਬਰਸ਼ਅਪ ਨਹੀਂ ਕੀਤਾ ਬਟ ਮੈਂ ਲੋਕਾਂ ਨੂੰ ਵੀ ਅਵੇਅਰ ਕੀਤਾ ਇਸ ਪਰਟੀਕੂਲਰ ਇਸ਼ੂ ਦੇ ਲਈ। ਠੀਕ ਹੈ। I was not only able to brush up my speaking skills but it also aware the people regarding this particular issue। ਹੁਣ ਆਪਾਂ ਦੱਸਣਾ ਆ how you felt। ਤੁਸੀਂ ਕਿਵੇਂ ਫੀਲ ਕੀਤਾ। I felt so delighted because I did something for the betterment of the society। ਵੈਲ ਮੈਂ ਬਹੁਤ ਹੀ ਵਧੀਆ ਫੀਲ ਕੀਤਾ ਬਿਕੋਜ਼ ਮੈਂ ਕੁਝ ਕੀਤਾ ਸੀਗਾ ਬੈਟਰਮੈਂਟ ਸੁਸਾਇਟੀ ਦੇ ਬੈਟਰਮੈਂਟ ਦੇ ਲਈ ਮੈਂ ਕੁਝ ਕੀਤਾ ਸੀ। ਠੀਕ ਹੈ। ਆਲ ਇਨ ਆਲ ਆਈ ਕੈਨ ਸੇ ਦੈਟ ਇਜ਼ ਦੀ ਸਪੀਚ ਵਿਚ ਆਈ ਗੇਵ। ਅਤੇ ਆਲ ਇਨ ਮੈਂ ਕਹਿ ਸਕਦੀ ਹਾਂ ਕਿ ਇਹ ਮੈਂ ਸਪੀਚ ਸੀ ਜਿਹੜੀ ਮੈਂ ਦਿੱਤੀ ਅਤੇ ਕਾਫੀ ਸਪੈਸ਼ਲ ਸੀ ਹੈ ਨਾ। ਸੋ ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਦੇ ਦਿੱਤੀ। ਹੁਣ ਆਪਾਂ ਕਿਊਜ਼ ਦੇ ਵਾਈਜ਼ ਵੀ ਜੇਕਰ ਆਪਾਂ ਦੇਖੀਏ ਹੈ ਨਾ ਅਤੇ ਮੇਰਾ ਇਹ ਵੀ ਆ ਲਾਈਕ ਆਪਾਂ ਨੂੰ ਹਮੇਸ਼ਾ ਨਾ ਕਿਊਜ਼ ਦੇ ਵਾਈਜ਼ ਰੱਖਣਾ ਚਾਹੀਦਾ। ਕਈ ਬੱਚੇ ਸਟੋਰੀ ਟਾਈਪ ਬਣਾ ਲੈਂਦੇ ਆ ਅਤੇ ਰੱਟੇ ਵੀ ਲਾ ਲੈਂਦੇ ਅਤੇ ਉਹਨਾਂ ਦੇ ਸਭ ਕੁਝ ਮਿਕਸ ਜਿਹਾ ਹੋ ਜਾਂਦਾ ਹੈ, ਕੋਈ ਲਾਈਨ ਉੱਪਰ ਕੋਈ ਨੀਚੇ। ਸੋ ਤੁਸੀਂ ਨਾ ਮੀਨਸ ਕਿਊ ਵਾਈਜ਼ ਕਰਿਆ ਕਰੋ ਅਤੇ ਇਹਦੇ ਨਾਲੇ ਤਾਂ ਰਿਮੈਂਬਰ ਵਧੀਆ ਰਹਿੰਦਾ ਆ ਅਤੇ ਨਾਲੇ ਐਂ ਲੱਗਦਾ ਹੈ ਕਿ ਔਰਗਨਾਈਜ਼ ਵੀ ਇਹਦੇ ਨਾਲ ਕੀਤਾ ਹੋਇਆ ਆ ਪਲੱਸ ਆਪਣੀ ਕੋਹੀਜ਼ਨ ਦੀ ਕੋਹਰੈਂਸ ਰਹਿੰਦੀ ਆ। ਹੁਣ ਇਹਦੇ ਵਿੱਚ ਆਪਾਂ ਪਹਿਲਾਂ ਦੱਸਿਆ ਕਿ ਵੈਨ ਐਂਡ ਟੂ ਹੂਮ ਯੂ ਗਿਵ ਸਪੀਚ। ਇਹ ਸਪੀਚ ਤੁਸੀਂ ਕਦੋਂ ਦਿੱਤੀ ਅਤੇ ਕਿਹਦੇ ਸਾਹਮਣੇ ਦਿੱਤੀ। ਅਤੇ ਆਪਾਂ ਇੱਥੇ ਦੱਸਿਆ ਕਿ ਜਦੋਂ ਮੈਂ 10th ਸਟੈਂਡਰਡ ਦੇ ਵਿੱਚ ਪੜ੍ਹਦੀ ਸੀ ਅਤੇ ਸਾਡੇ ਸਕੂਲ ਨੇ ਸਪੀਚ ਕੰਪੀਟੀਸ਼ਨ ਔਰਗਨਾਈਜ਼ ਕੀਤਾ ਅਤੇ ਉਹਦੇ ਵਿੱਚ ਮੈਂ ਪਾਰਟੀਸਪੇਟ ਲਿਆ ਸੀ ਹੈ ਨਾ ਜਾਂ ਫਿਰ ਪਾਰਟ ਲਿਆ ਸੀ ਅਤੇ ਮੈਂ ਸਪੀਚ ਦਿੱਤੀ ਸੀ ਟੀਚਰਸ ਦੇ ਅਤੇ ਸਟੂਡੈਂਟਸ ਦੇ ਸਾਹਮਣੇ। ਹੁਣ ਹਰ ਇੱਕ ਕਿਊ ਪੁਆਇੰਟ ਦਾ ਆਪਾਂ ਡਿਫਰੈਂਟ ਆਨਸਰ ਦਿੱਤਾ ਹੈ। ਅਗਲਾ ਆਪਣਾ ਸੀਗਾ ਕਿ ਕਾਹਦੇ ਰਿਗਾਰਡਿੰਗ ਸੀ, ਟਰੈਫਿਕ ਕੰਜੈਸ਼ਨ ਦੇ ਰਿਗਾਰਡਿੰਗ ਸੀ ਅਤੇ ਪਹਿਲਾਂ ਮੈਂ ਉਹਦਾ ਰੀਜ਼ਨ ਦੱਸਿਆ ਵੀ ਲਾਈਕ ਟਰੈਫਿਕ ਕੰਜੈਸ਼ਨ ਕਿਉਂ ਵੱਧ ਰਿਹਾ ਹੈ ਕਿਉਂਕਿ ਜਿਹੜੇ ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਮੂਵ ਹੋ ਰਹੇ ਆ ਕਿਉਂਕਿ ਪਿੰਡਾਂ ਦੇ ਵਿੱਚ ਲੈਕ ਆਫ ਓਪਰਚੁਨਿਟੀਜ਼ ਨੇ। ਅਤੇ ਉਸ ਤੋਂ ਬਾਅਦ ਮੈਂ ਉਹਦੇ ਸਲਿਊਸ਼ਨਸ ਵੀ ਦੱਸੇ ਲਾਈਕ ਜਿਹੜੀ ਗੌਰਮੈਂਟ ਹੈ ਨਾ ਉਹਨੂੰ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਪ੍ਰੋਵਾਈਡ ਕਰਨਾ ਚਾਹੀਦਾ ਤਾਂ ਕਿ ਪਿੰਡਾਂ ਦੇ ਲੋਕ ਸ਼ਹਿਰ ਨਾ ਆ ਸਕਣ। ਅਤੇ ਮੈਂ ਸਪੀਚ ਦਿੱਤੀ ਕਿਉਂਕਿ ਇਹਦੇ ਨਾਲ ਇੱਕ ਤਾਂ ਜਿਵੇਂ ਟਰੈਫਿਕ ਕੰਜੈਸ਼ਨ ਇੱਕ ਪ੍ਰੈਸਿੰਗ ਪ੍ਰੋਬਲਮ ਹੈ ਨਾਲੇ ਤਾਂ ਮੈਂ ਲੋਕਾਂ ਨੂੰ ਅਵੇਅਰ ਕਰਤਾ ਅਤੇ ਇੱਕ ਇਹਦੇ ਨਾਲ ਮੈਂ ਆਪਣੀ ਜਿਹੜੀ ਸਪੀਕਿੰਗ ਸਕਿੱਲਸ ਸੀ ਨਾ ਉਹਨਾਂ ਨੂੰ ਹੋਰ ਵਧੀਆ ਕਰ ਲਿਆ। ਬਰਸ਼ਅਪ ਹੁੰਦਾ ਹੀ ਮੀਨਸ ਆਪਣੀ ਕੋਈ ਵੀ ਸਕਿੱਲ ਨੂੰ ਇੰਪਰੂਵ ਕਰਨਾ ਹੈ ਨਾ। ਬਰਸ਼ਅਪ ਵੀ ਬਹੁਤ ਵਧੀਆ ਵਰਡ ਹੈ, ਇਹ ਵੀ ਯੂਜ਼ ਕਰਿਆ ਕਰੋ। ਮੈਂ ਆਪਣੀ ਸਪੀਕਿੰਗ ਸਕਿੱਲਸ ਨੂੰ ਵੀ ਇੰਪਰੂਵ ਕੀਤਾ ਹੈ ਨਾ। ਅਤੇ ਲਾਸਟਲੀ ਕਿ ਆਲ ਇਨ ਆਲ ਆਈ ਕੈਨ ਸੇ that is the speech which I gave। So if you like my video and my idea kindly subscribe my channel